रियलिटी नहीं हो सकती है क्योंकि दिस विल नॉट बी टॉलरेटेड. द रीज़न इज़ बिकॉज इट्स नॉट अबाउट ओनली बीइंग गैंग रेप होगा बिकॉज किसी के भी एक सिंगल एजैकुलेट में इतना सीमेन नहीं आ सकता है जितनी क्वांटिटी उसमें दिखाई गई है. सो इट इज़ ਸੱਚੀ 'ਚ ਆਪਣਾ ਦੇਸ਼ ਆਜ਼ਾਦ ਹੋ ਚੁੱਕਿਆ ਹੈ। ਵੇਖੋ ਜੀ ਵਾਸਤੇ ਆਪਾਂ ਆਜ਼ਾਦ ਹੈਗੇ ਆ ਬਟ ਜੇ ਹਜੇ ਵੀ ਲੋਕਾਂ ਦੀ ਸੋਚ ਉਹੀ ਪਿਛਲੇ ਜ਼ਮਾਨੇ ਦੀ ਹੈਗੀ ਆ ਫਿਰ ਤੇ ਆਪਾਂ ਕਹਿ ਨਹੀਂ ਸਕਦੇ ਕਿ ਵੀ ਦੇਸ਼ ਆਪਣਾ ਆਜ਼ਾਦ ਹੈਗਾ ਆ ਪਿਆਰ ਦੀ ਸੋਚ ਉਹ ਦੱਬੀ ਹੋਈ ਹੈਗੀ ਆ ਤੇ ਜਦ ਤੱਕ ਉਹ ਨਹੀਂ ਬਦਲੂਗੀ ਉਹ ਦਿਮਾਗ ਤੋਂ ਨਹੀਂ ਨਿਕਲੂਗੀ ਕਿ ਵੀ ਹਾਂ ਇਹ ਸੋਚ ਬਦਲੂਗੀ ਤਦ ਤੱਕ ਆਪਾਂ ਨਹੀਂ ਕਹਿ ਸਕਦੇ ਕਿ ਵੀ ਜਦ ਤੱਕ ਸਮਾਜ 'ਚ ਨਹੀਂ ਬਦਲਾਅ ਆਊਗਾ ਫਿਰ ਕੁਝ ਨਹੀਂ ਕਹਿ ਸਕਦੇ ਆਪਾਂ ਮੈਨ ਦੇ ਨਾਲ ਵੀ ਗਲਤ ਹੁੰਦਾ ਹੈ, ਉਹਨਾਂ ਨਾਲ ਵੀ ਰੇਪ ਕੀਤਾ ਜਾਂਦਾ ਹੈ। ਲੈਣ ਦੀ ਜ਼ਰੂਰਤ ਹੈਗੀ ਹੈ ਸਰਕਾਰ ਨੂੰ ਜਿਹੜੀ ਸਾਰੇ ਡਾਕਟਰ ਪੂਰੇ ਦੇਸ਼ ਦੇ ਡਾਕਟਰ ਜਿਹੜੇ ਮੰਗ ਕਰ ਰਹੇ ਹੈਗੇ ਆ ਸੈਂਟਰਲ ਪ੍ਰੋਟੈਕਸ਼ਨ ਐਕਟ ਰੈਗੂਲਰ ਜਿਵੇਂ ਹੈ ਨਾ ਡੇਲੀ ਅਗਰ ਉਹਨਾਂ ਨੂੰ ਕੁਝ ਹੋ ਜਾਂਦਾ ਵੀ ਤੁਸੀਂ ਨਹੀਂ ਦੇਖ ਪਾ ਰਹੇ ਹੋ ਤਾਂ ਨਹੀਂ ਉਹਨਾਂ ਨੂੰ ਕੁਝ ਹੋ ਜੇ ਤਾਂ ਉਹਨਾਂ ਦਾ ਜ਼ਿੰਮੇਵਾਰ ਕੌਣ ਹੋਵੇ। सारी अस्पतालों में जहाँ इतना सेंसिटिव इश्यूज होते हैं, इतनी सेंसिटिव एनवायरनमेंट होती हैं, उसमें एक सिक्योरिटी मेंटेन की जाए। ਹਾਲ ਹੀ ਦੇ ਵਿੱਚ ਕੋਲਕਾਤਾ ਮੈਡੀਕਲ ਕਾਲਜ ਵਿੱਚ ਮਹਿਲਾ ਡਾਕਟਰ ਦੇ ਨਾਲ ਰੇਪ ਤੇ ਉਸ ਤੋਂ ਬਾਅਦ ਬੜੇ ਹੀ ਬੇਰਹਿਮੀ ਦੇ ਨਾਲ ਉਸ ਦੀ ਹੱਤਿਆ ਕਰ ਦਿੱਤੀ ਗਈ, ਜਿਸ ਤੋਂ ਬਾਅਦ ਜਿਹੜੇ ਡਾਕਟਰਸ ਨੇ ਉਹ ਪ੍ਰੋਟੈਸਟ ਲਈ ਰੋਡ ਤੇ ਉਤਰ ਆਏ ਨੇ। ਹਾਲਾਂਕਿ ਕੋਲਕਾਤਾ ਹੀ ਨਹੀਂ ਪੂਰੇ ਦੇਸ਼ ਭਰ ਦੇ ਜਿਹੜੇ ਡਾਕਟਰਸ ਨੇ ਉਹ ਰੋਡ ਤੇ ਪ੍ਰੋਟੈਸਟ ਕਰ ਰਹੇ ਨੇ, ਜਿਸ ਤੋਂ ਬਾਅਦ ਅਸੀਂ ਅੱਜ ਆਏ ਹਾਂ ਚੰਡੀਗੜ੍ਹ ਦੇ ਪੀਜੀਆਈ ਹਸਪੀਟਲ ਦੇ ਜਿੱਥੇ ਡਾਕਟਰਸ ਜਿਹੜੇ ਨੇ ਉਹ ਪ੍ਰੋਟੈਸਟ ਕਰ ਰਹੇ ਨੇ ਤੇ ਆਓ ਜਾਣਦੇ ਹਾਂ ਉਹਨਾਂ ਦੀਆਂ ਕੀ ਮੰਗਾਂ ਨੇ। ਸਤਿ ਸ਼੍ਰੀ ਅਕਾਲ ਮੈਮ। सत श्रीकाल. ਤੁਹਾਡਾ ਨਾਮ ਤੇ ਤੁਸੀਂ। मैं डॉक्टर सोनल हूँ. मैं DMSR हूँ यहाँ पे डिपार्टमेंट ऑफ हेमाटोलॉजी से. ਮੈਮ ਹਾਲ ਹੀ ਦੇ ਵਿੱਚ ਤੁਸੀਂ ਵੇਖਿਆ ਕਿ ਇੱਕ ਇਨਸੀਡੈਂਟ ਹੋਇਆ ਕੁੜੀ ਦਾ ਰੇਪ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਦਾ ਮਰਡਰ ਵੀ ਕਰ ਦਿੱਤਾ ਗਿਆ, ਉਸ ਦੇ ਬਾਰੇ ਤੁਸੀਂ ਕੀ ਕਹੋਗੇ। मैं ये बोलूँगी इससे ज़्यादा ब्रूटैलिटी नहीं हो सकती है क्योंकि दिस विल नॉट बी टॉलरेटेड. द रीज़न इज़ बिकॉज इट्स नॉट अबाउट ओनली बीइंग अ डॉक्टर. ये हमारे यहाँ पे जितने भी प्रोफेशन में लेडीज़ बाहर जाती हैं एंड देयर आर विमेन हु आर इन डिफरेंट प्रोफेशंस एट वेरियस प्लेसेस एंड इट कैन हैपन विद एनी वन. सो इट शुड नॉट बी कि ये सिर्फ एक गवर्नमेंट का हमारे हॉस्पिटल का मैटर है, बट ये हर प्रोफेशन से रिलेटेड होना चाहिए. ये एक पब्लिक मैटर होना चाहिए, ये पब्लिक कंसर्न होनी चाहिए सबके लिए. ਜਿੱਥੇ ਆਪਾਂ ਵੇਖਿਆ ਹੀ ਖਬਰਾਂ ਦੇ ਮੁਤਾਬਕ ਇਹ ਆ ਕਿ ਜੋ ਰਿਪੋਰਟ ਆਈਆਂ ਨੇ ਉਹਦੇ ਵਿੱਚ ਇਹ ਗਿਆ ਕਿ 200 ਤੋਂ 150 ਦੇ ਵਿੱਚ ਉਹਨਾਂ ਦੇ ਸਪਰਮ ਵਗੈਰਾ ਮਿਲੇ ਆ, ਤਾਂ ਉਸ ਦੇ ਵਿੱਚ ਆਪਾਂ ਕੀ ਕਹਿ ਸਕਦੇ ਰੇਪ ਹੋਇਆ ਜਾਂ ਗੈਂਗ ਰੇਪ ਹੋਇਆ। डेफिनेटली गैंग रेप होगा बिकॉज किसी के भी एक सिंगल एजैकुलेट में इतना सीमेन नहीं आ सकता है जितनी क्वांटिटी उसमें दिखाई गई है. सो इट इज़ अ गैंग रेप, नो डाउट अबाउट इट, एंड इट हैज़ बिन डन वेरी बैडली. सो दिस इज़ समथिंग जो कि मतलब ये गोज़ ऑन टू शो कि मतलब हमारा एडमिनिस्ट्रेशन और जुडिशरी सिस्टम अब पूरे हाईलाइट में है कि वो किस तरीके से उस सारी चीज़ को आगे प्रोसेस करता है. एंड वी रियली नीड दिस टाइम कि हम लोग वॉइस आउट करें, ज़्यादा से ज़्यादा वॉइस आउट करें जिससे कि उसको जस्टिस मिल पाए. ਸਰ ਤੁਸੀਂ ਵੇਖਿਆ ਕਿ ਹੁਣ ਆਪਣਾ ਦੇਸ਼ ਵਿੱਚ ਆਪਾਂ ਹੁਣ ਕੱਲ੍ਹ ਹੀ ਇੰਡੀਪੈਂਡੈਂਸ ਡੇ ਮਨਾ ਕੇ ਹਟੇ ਹਾਂ, ਤਾਂ ਤੁਹਾਨੂੰ ਲੱਗਦਾ ਸੱਚੀ 'ਚ ਆਪਣਾ ਦੇਸ਼ ਆਜ਼ਾਦ ਹੋ ਚੁੱਕਿਆ ਹੈ। ਵੇਖੋ ਜੀ ਕਹਿਣ ਵਾਸਤੇ ਆਪਾਂ ਆਜ਼ਾਦ ਹੈਗੇ ਆ ਬਟ ਜੇ ਹਜੇ ਵੀ ਲੋਕਾਂ ਦੀ ਸੋਚ ਉਹੀ ਪਿਛਲੇ ਜ਼ਮਾਨੇ ਦੀ ਹੈਗੀ ਆ ਫਿਰ ਤੇ ਆਪਾਂ ਕਹਿ ਨਹੀਂ ਸਕਦੇ ਕਿ ਵੀ ਦੇਸ਼ ਆਪਣਾ ਆਜ਼ਾਦ ਹੈਗਾ ਆ. ਹਜੇ ਵੀ ਕੁੜੀਆਂ ਜਿਹੜੀ ਹੈਗੀਆਂ ਬਾਹਰ ਨਹੀਂ ਨਿਕਲ ਸਕਦੀਆਂ ਹੈਗੀਆਂ, ਉਹਨਾਂ ਨੂੰ ਆਜ਼ਾਦੀ ਹੈ ਨਹੀਂ. ਉਹ ਬਾਹਰ ਕਿਹੜੇ ਪਾਸੇ ਕੰਮ ਕਰਨ, ਕੀ ਪੜ੍ਹਨ, ਕਿਹੜਾ ਕੋਰਸ ਕਰਨ, ਬਾਹਰ ਜਾਣ ਦੀ ਕੋਈ ਆਜ਼ਾਦੀ ਨਹੀਂ ਹੈਗੀ ਆ. ਤੇ ਫਿਰ ਆਪਾਂ ਕਿੱਦਾਂ ਕਹਿ ਸਕਦੇ ਵੀ ਦੇਸ਼ ਆਜ਼ਾਦ ਹੈਗਾ ਜਾਂ ਨਹੀਂ ਹੈਗਾ ਆ। ਪਰ ਐਦਾਂ ਕੀ ਰੀਜ਼ਨ ਹੈ ਕਿ ਜੋ ਇੱਕ ਆਦਮੀ ਹੈ ਵੀ ਕੋਈ ਦਿਮਾਗ 'ਚ ਇੱਦਾਂ ਦਾ ਕੀ ਆਉਂਦਾ ਕਿ ਉਹ ਰੇਪ ਕਰਨ ਲਈ ਚੱਲ ਜਾਂਦਾ ਹੈ। ਇੱਕ ਮਤਲਬ ਨਾ ਉਹ ਏਜ ਵੀ ਨਹੀਂ ਦੇਖਦਾ ਕਿ ਛੋਟੀ ਬੱਚੀ ਹੈ ਵੀ ਕੀ ਹੈ, ਜਿੱਧਰ ਵੇਖਦਾ ਸਿੱਧਾ ਹੀ ਮਤਲਬ ਈਵਨ ਕਿ ਐਨੀਮਲਸ ਨਾਲ ਵੀ ਰੇਪ ਹੋ ਰਿਹਾ, ਰਾਈਟ। ਤਾਂ ਉਸ ਦੇ ਬਾਰੇ ਕੀ ਕਹੋ। ਦੇਖੋ ਇਹ ਉਸ ਬੰਦੇ ਦੇ ਆਪਣੇ ਆਪਾਂ ਕਹਿ ਸਕਦੇ ਵੀ ਸੁਸਾਇਟੀ ਦੀ ਮੈਂਟੈਲਿਟੀ ਕਹਿ ਸਕਦੇ ਆ, ਉਹਦੀ ਪਰਵਰਿਸ਼ ਕਹਿ ਸਕਦੇ ਆ. ਸ਼ੁਰੂ ਤੋਂ ਆਪਾਂ ਵੇਖਿਆ ਕਿ ਵੀ ਔਰਤਾਂ ਨੂੰ ਦਬਾ ਕੇ ਰੱਖਣਾ ਹੈਗਾ ਆ, ਕੁੜੀਆਂ ਨੂੰ ਦਬਾ ਕੇ ਰੱਖਣਾ ਹੈਗਾ, ਵੀ ਉਹਨਾਂ ਨੂੰ ਬਾਹਰ ਨਹੀਂ ਕੱਢਣਾ ਹੈਗਾ. ਅਤੇ ਉਸ ਕਰਕੇ ਸਾਰਿਆਂ ਦੇ ਮਨ 'ਚ ਉਹੀ ਖਿਆਲ ਉਹ ਜਿਹੜਾ ਆਪਾਂ ਕਹਿੰਦੇ ਨੇ ਕਿ ਪੈਟਰੀਆਰਕਲ ਸੋਚ ਉਹ ਦੱਬੀ ਹੋਈ ਹੈਗੀ ਆ. ਅਤੇ ਜਦ ਤੱਕ ਉਹ ਨਹੀਂ ਬਦਲੂਗੀ ਉਹ ਦਿਮਾਗ ਤੋਂ ਨਹੀਂ ਨਿਕਲੂਗੀ ਕਿ ਵੀ ਹਾਂ ਇਹ ਸੋਚ ਬਦਲੂਗੀ ਤਦ ਤੱਕ ਆਪਾਂ ਨਹੀਂ ਕਹਿ ਸਕਦੇ ਕਿ ਵੀ ਜਦ ਤੱਕ ਸਮਾਜ 'ਚ ਨਹੀਂ ਬਦਲਾਅ ਆਊਗਾ ਫਿਰ
ਕੁਝ ਨਹੀਂ ਕਹਿ ਸਕਦੇ ਆਪਾਂ। ਕਿ ਆਪਾਂ ਬਲੇਮ ਕਰ ਸਕਦੇ ਸੋਸ਼ਲ ਮੀਡੀਆ ਨੂੰ, ਕਿਉਂਕਿ ਸੋਸ਼ਲ ਮੀਡੀਆ 'ਚ ਆਪਾਂ ਨੂੰ ਇਹ ਚੀਜ਼ਾਂ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀਆਂ, ਰਾਈਟ। ਉੱਥੇ ਹੀ ਆਪਾਂ ਛੋਟੇ ਬੱਚੇ ਨੂੰ ਹੀ ਫੜਾ ਦਿੰਦੇ ਹਾਂ, ਚਾਹੇ 15 ਸਾਲ ਦਾ ਜਾਂ 16 ਸਾਲ ਦਾ ਬੱਚਾ, ਉਹ ਵੀ ਰੇਪ ਕਰ ਰਹੇ ਨੇ, ਚਾਹੇ 60 ਸਾਲ ਦਾ ਬਜ਼ੁਰਗ ਹੀ ਕਿਉਂ ਨਾ ਹੋਵੇ। ਤਾਂ ਉਸ ਦੇ ਬਾਰੇ ਕੀ ਕਹੋਗੇ ਕਿ ਉਹ ਇਹਨਾਂ ਚੀਜ਼ਾਂ ਨੂੰ ਵੇਖ ਕੇ ਕਰਦੇ ਹੋਣਗੇ? ਵੇਖੋ ਸੋਸ਼ਲ ਮੀਡੀਆ ਦਾ ਜੇ ਮੈਂ ਕਹਾਂ, ਹਰ ਚੀਜ਼ ਦੇ ਦੋ ਪਹਿਲੂ ਹੈਗੇ ਆ ਵੀ, ਸਿੱਕੇ ਦੇ ਦੋ ਪਹਿਲੂ, ਚੰਗੀ ਚੀਜ਼ਾਂ ਵੀ ਹੈਗੀਆਂ, ਮਾੜੀਆਂ ਚੀਜ਼ਾਂ ਵੀ ਹੈਗੀਆਂ। ਹੁਣ ਇਹ ਪੇਰੈਂਟਸ ਦੇ ਉੱਤੇ ਹੈਗੀ ਆ ਵੀ ਉਹ ਕਿੱਦਾਂ ਬੱਚੇ ਨੂੰ ਟਾਈਮ ਦਿੰਦੇ ਆ, ਕਿੱਦਾਂ ਕਰਦੇ ਆ। ਹੁਣ ਜੇ ਤੁਸੀਂ ਵੀ ਬੱਚੇ ਨੂੰ ਫੋਨ ਫੜਾਤਾ, ਤੁਸੀਂ ਬਸ ਆਪਣੇ ਕੰਮ 'ਚ ਲੱਗੇ ਹੋਏ, ਤੁਸੀਂ ਵੀ ਆਪਣਾ ਫੋਨ ਖੋਲ ਕੇ ਬੈਠੇ ਹੋਏ ਹੋ, ਫਿਰ ਤੇ ਤੁਸੀਂ ਕੋਈ ਕੰਟਰੋਲ ਹੀ ਨਹੀਂ ਹੈਗਾ ਵੀ ਤੁਸੀਂ ਕੀ ਕਰ ਰਹੇ ਹੋ ਫੋਨ 'ਚ, ਬੱਚਾ ਕੀ ਕਰ ਰਿਹਾ ਹੈਗਾ, ਉਹ ਤੁਸੀਂ ਕੁਝ ਚੈੱਕ ਕਰ ਨਹੀਂ ਰਹੇ ਹੋ, ਉਹ ਕਿੱਦਾਂ ਜਿਹਾ ਕੰਟੈਂਟ ਸਕਰੋਲ ਕਰ ਰਿਹਾ ਹੈਗਾ। ਤੇ ਉਹਦੇ ਵਾਸਤੇ ਵੀ ਜੇ ਆਪਾਂ ਕਹਿੰਦੇ ਆ ਕਿ ਵੀ ਪੈਰੈਂਟਲ ਲੌਕ ਜਾਂ ਉਹ ਸਾਰਾ ਸਿਸਟਮ ਅਵੇਅਰਨੈਸ ਹੀ ਹੈਗੀ ਨਹੀਂ ਲੋਕਾਂ ਨੂੰ ਬਸ ਇਹ ਪਤਾ ਕਿ ਵੀ ਹਾਂ ਚਲੋ ਇੰਟਰਨੈਟ ਫ੍ਰੀ ਹੈਗਾ ਆ, ਵੀ ਫੜਾਤਾ, ਸਾਡਾ ਕੰਮ ਸੌਖਾ ਹੋ ਗਿਆ, ਆਪਾਂ ਆਪਣੇ ਕੰਮ 'ਚ ਰੁੱਝੇ ਰਹੀਏ, ਬੱਚਾ ਵੀ ਰੁੱਝਿਆ ਹੋਇਆ ਹੈਗਾ। ਤੇ ਇੰਡੀਵਿਜੂਅਲ ਦੇ ਲੈਵਲ ਤੇ, ਮਤਲਬ ਪਰਿਵਾਰ ਦੇ ਲੈਵਲ ਤੇ ਜਦ ਤੱਕ ਬਦਲਾਵ ਨਹੀਂ ਆਊਗਾ, ਫਿਰ ਹੀ ਕੋਈ ਚੇਂਜ ਆਪਾਂ ਵੇਖ ਸਕਦੇ ਹੈਗੇ ਆ। ਆਪਾਂ ਇੱਕ ਹੋਰ ਵੀ ਚੀਜ਼ ਹੁੰਦੀ ਹੈ, ਲੇਡੀਜ਼ ਨਾਲ ਤਾਂ ਰੇਪ ਹੁੰਦਾ ਹੀ ਹੈ, ਚਲੋ ਉਹ ਵੀ ਗਲਤ ਗੱਲ ਹੈ ਨਾ ਵੀ ਪਰ ਉੱਥੇ ਇੱਕ ਮੈਨ ਦੇ ਨਾਲ ਵੀ ਗਲਤ ਹੁੰਦਾ ਹੈ, ਉਹਨਾਂ ਨਾਲ ਵੀ ਰੇਪ ਕੀਤਾ ਜਾਂਦਾ ਹੈ। ਕਿ ਜੋ ਅਸੀਂ ਚੀਜ਼ ਫੀਲ ਕਰਦੇ ਕਿ ਉਹੀ ਸੇਮ ਚੀਜ਼ ਤੁਸੀਂ ਫੀਲ ਕਰਦੇ ਹੋ? ਵੇਖੋ ਦਰਦ ਤੇ ਹਰ ਕਿਸੇ ਨੂੰ ਇੱਕੋ ਜਿਹਾ ਹੀ ਹੁੰਦਾ ਆ, ਭਾਵੇਂ ਉਹ ਔਰਤ ਹੋ ਭਾਵੇਂ ਉਹ ਮਰਦ ਹੋ। ਜਿਹੜੇ ਨਾਲ ਵੀ ਗਲਤ ਹੋਊਗਾ ਉਹਨੂੰ ਦਰਦ ਤੇ ਹੋਊਗਾ ਹੀ ਹੋਊਗਾ। ਤੇ ਆਪਾਂ ਇਹ ਕਹੀਏ ਕਿ ਵੀ ਔਰਤਾਂ ਨੂੰ ਜ਼ਿਆਦਾ ਹੁੰਦਾ ਹੈ ਜਾਂ ਮਰਦ ਨੂੰ ਘੱਟ ਹੁੰਦਾ ਆ, ਇਹ 'ਚ ਵੀ ਫਿਰ ਆਪਾਂ ਕਹਾਂਗੇ ਕਿ ਵੀ ਸੁਸਾਇਟੀ ਦਾ ਕਿ ਉਹ ਕਹਿੰਦੇ ਆ ਨਾ ਕਿ ਵੀ ਮਰਦ ਨੂੰ ਦਰਦ ਨਹੀਂ ਹੁੰਦਾ। ਉਹ ਆਪਣੀ ਸੋਚ ਹੀ ਉਹੋ ਜਿਹੀ ਬਣੀ ਹੋਈ ਹੈ ਕਿ ਮਰਦ ਨੂੰ ਦਰਦ ਨਹੀਂ ਹੁੰਦਾ, ਮਰਦ ਨੂੰ ਮਤਲਬ ਉਹ ਸਟਰੋਂਗ ਬਣਨਾ ਹੈਗਾ, ਉਹ ਪੋਟਰੇ ਉਹ ਜਿਹਾ ਕਰਨਾ ਹੈਗਾ। ਤੇ ਜਦ ਤੱਕ ਇਹ ਸੋਚ ਨਹੀਂ ਚੇਂਜ ਹੋਊਗੀ ਫਿਰ ਆਪਾਂ ਕਹਿ ਨਹੀਂ ਸਕਦੇ ਹੈਗੇ। ਪਰ ਇਹ ਚੀਜ਼ਾਂ ਪਹਿਲਾਂ ਤਾਂ ਨਹੀਂ ਹੁੰਦੀਆਂ ਸੀ, ਇੱਕ ਟਾਈਮ ਸੀਗਾ ਜਦ ਕੁੜੀ ਨੂੰ ਮਤਲਬ ਬਹੁਤ ਅੱਛੇ ਤਰੀਕੇ ਨਾਲ ਰੱਖਿਆ ਜਾਂਦਾ ਸੀਗਾ, ਹੈ ਨਾ, ਵੀ ਉਹਦੀ ਪਰਵਰਿਸ਼ ਹੈ, ਚਾਹੇ ਉਹਨੂੰ ਈਵਨ ਕਿ ਜਾਂ ਆਪਾਂ ਕੰਜਕਾਂ ਆਂਦੀਆਂ ਨੂੰ ਪੂਜਦੇ ਸੀਗੇ, ਪਰ ਅੱਜ ਆਈ ਥਿੰਕ ਉਹ ਪੂਜਦੇ ਨਹੀਂ ਹੈਗੇ ਆਪਾਂ, ਈਵਨ ਕਿ ਉਹਨਾਂ ਦੇ ਰੇਪ ਤੇ ਉਹਨਾਂ ਨੂੰ ਇੰਨਾ ਜ਼ਿਆਦਾ ਬਲੇਮ ਕਰਿਆ ਜਾਂਦਾ ਹੈ। ਵੇਖੋ ਇਸ ਵਾਸਤੇ ਮੈਂ ਇਹ ਕਹਾਂਗਾ ਕਿ ਹੁਣ ਕੀ ਆ, ਇੰਟਰਨੈਟ ਹੈਗਾ ਆ, ਨਿਊਜ਼ ਹੈਗੀ ਆ, ਸੋਸ਼ਲ ਮੀਡੀਆ ਹੈਗਾ, ਚੀਜ਼ਾਂ ਸਾਹਮਣੇ ਆ ਰਹੀਆਂ ਹੈਗੀਆਂ। ਪਹਿਲਾਂ ਇਹ ਚੀਜ਼ਾਂ ਸੀਗੀਆਂ ਨਹੀਂ ਵੀ, ਸਾਰੇ ਚੀਜ਼ਾਂ ਵੀ ਦਬਾ ਕੇ ਰੱਖ ਲਓ ਵੀ ਪਿੰਡ 'ਚ ਕੁਝ ਵੀ ਹੋਇਆ, ਜਿਹੜੇ ਵੀ ਵੱਡੇ ਲੋਕੀ ਹੋਣਗੇ ਉਹਨਾਂ ਨੇ ਕਹਿਣਾ ਵੀ ਹਾਂ ਨਹੀਂ ਚਲੋ ਵੀ ਸਮਝੌਤਾ ਕਰ ਲਓ, ਇਹ ਕਰ ਲਓ, ਚਲੋ ਪੈਸੇ ਚਲੋ ਉਹਦਾ ਵਿਆਹ ਕਰਾ ਦਿਓ, ਉਹਦੇ ਨਾਲ ਵਿਆਹ ਕਰਾ ਦਿਓ, ਉਹਨੂੰ ਪੰਚਾਇਤ ਬੈਠੂਗੀ, ਉਹਨਾਂ ਨੇ ਫੈਸਲਾ ਕਰ ਦੇਣਾ, ਭਾਵੇਂ ਕੁੜੀ ਦੀ ਮਰਜ਼ੀ ਹੋਵੇ ਭਾਵੇਂ ਕੁਛ ਨਾ ਹੋਵੇ, ਬਸ ਠੀਕ ਹੈ, ਉਹਨਾਂ ਨੂੰ ਜੋ ਵੱਡਿਆਂ ਨੂੰ ਚੰਗਾ ਲੱਗਿਆ ਉਹਨਾਂ ਨੇ ਉਹ ਕਰਤਾ। ਤੇ ਹੁਣ ਸੋਸ਼ਲ ਮੀਡੀਆ ਹੈਗੀ ਆ ਤੇ ਲੋਕਾਂ ਨੂੰ ਪਤਾ ਆ ਵੀ ਨਹੀਂ ਇਹ ਚੀਜ਼ ਗਲਤ ਹੈਗੀ ਆ, ਲੋਕੀ ਆਵਾਜ਼ ਉਠਾ ਰਹੇ ਇਹਦੇ ਖਿਲਾਫ, ਤਾਂ ਹੀ ਚੀਜ਼ਾਂ ਹੁਣ ਲੱਗ ਰਿਹਾ ਕਿ ਵੀ ਚੀਜ਼ ਸਾਹਮਣੇ ਆ ਰਹੀ ਹੈ ਜ਼ਿਆਦਾ। ਬਟ ਗੱਲ ਇਹ ਆ ਕਿ ਪਹਿਲਾਂ ਵੀ ਚੀਜ਼ਾਂ ਹੁੰਦੀਆਂ ਸੀਗੀਆਂ, ਉਹ ਸਾਹਮਣੇ ਨਹੀਂ ਆਉਂਦੀਆਂ ਸੀ। ਅੱਜ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਤਾਂ ਤੁਹਾਡੀ ਕੀ ਮੰਗਾਂ ਨੇ ਇਹ ਚੀਜ਼ ਨੂੰ ਲੈ ਕੇ? ਵੀ ਸਾਡੀ ਤੇ ਮੰਗ ਇਹੀ ਆ, ਪਹਿਲੀ ਮੰਗ ਉਹ ਜਿਹੜੀ ਸਾਡੀ ਭੈਣ ਸੀ ਉਹਦੇ ਨਾਲ ਇਨਸਾਫ ਹੋਵੇ। ਜਿਹੜਾ ਵੀ ਦੂਜਾ ਜਿਹੜਾ ਹਸਪੀਟਲ ਸੀਗਾ ਆਰਜੇ ਕਰ ਮੈਡੀਕਲ ਕਾਲਜ ਹਸਪੀਟਲ, ਉੱਥੇ ਜਿਹੜੇ ਵੀ ਡਾਕਟਰਾਂ ਦੇ ਉੱਤੇ ਵੀ ਉਹ 15 ਅਗਸਤ ਦੀ ਸਵੇਰੇ 12 ਵਜੇ ਜਿਹੜੇ ਵੀ ਤੋੜ ਫੋੜ ਹੋਇਆ ਹੈਗਾ ਜੀ, ਉਹਦਾ ਵੀ ਕੌਣ ਰਿਸਪੌਂਸਿਬਲ ਆ ਉਹ ਸਾਹਮਣੇ ਆਵੇ, ਵੀ ਉਹਦੇ ਖਿਲਾਫ ਵੀ ਬਰਖਲਾਫ ਕਾਰਵਾਈ ਜ਼ਰੂਰੀ ਹੈਗੀ ਆ। ਜੇ ਉਹ ਨਹੀਂ ਹੋਗੀ ਫਿਰ ਆਪਾਂ ਕੁਝ ਨਹੀਂ ਕਹਿੰਦੇ, ਫਿਰ ਤੇ ਉਹੀ ਹੋ ਗਿਆ ਜੰਗਲ ਰਾਜ, ਜਿਹੜਾ ਆਪਾਂ ਬਿਹਾਰ 'ਚ ਕਹਿੰਦੇ ਸੀ ਵੀ ਜੰਗਲ ਰਾਜ, ਹੁਣ ਤੇ ਫਿਰ ਇਹ ਵੀ ਕਹਾਂਗੇ ਵੀ ਬੰਗਾਲ 'ਚ ਵੀ ਜੰਗਲ ਰਾਜ ਹੋ ਰਿਹਾ ਹੈਗਾ। ਤੇ ਤੀਜੀ ਗੱਲ ਹੈਗੀ ਆ, ਉਸ ਘਟਨਾ ਤੋਂ ਸਿੱਖਿਆ ਲੈਣ ਦੀ ਜ਼ਰੂਰਤ ਹੈਗੀ ਆ ਸਰਕਾਰ ਨੂੰ। ਜਿਹੜੀ ਸਾਰੇ ਡਾਕਟਰ ਪੂਰੇ ਦੇਸ਼ 'ਚ ਡਾਕਟਰ ਜਿਹੜੇ ਮੰਗ ਕਰ ਰਹੇ ਹੈਗੇ ਆ ਸੈਂਟਰਲ ਪ੍ਰੋਟੈਕਸ਼ਨ ਐਕਟ ਦੀ, ਕਿਉਂਕਿ ਉਹ ਸਿਰਫ ਡਾਕਟਰ ਦੀ ਮੰਗ ਨਹੀਂ ਹੈਗੀ ਆ, ਡਾਕਟਰ ਹੋ, ਨਰਸ ਹੋ, ਲੈਬ ਟੈਕਨੀਸ਼ੀਅਨ ਹੋ, ਜਿੰਨੇ ਵੀ ਬੰਦੇ ਹੈਗੇ ਆ ਸਾਰਿਆਂ ਦੀ ਸੁਰੱਖਿਆ ਵਾਸਤੇ ਹੈਗਾ। ਤੇ ਤਾਂ ਹੀ ਅਸੀਂ ਚਾਹੁੰਦੇ ਆ ਕਿ ਇਹ ਜਿਹੜੀ ਹੜਤਾਲ ਹੈਗੀ ਆ ਉਹ ਸਿਰਫ ਡਾਕਟਰਾਂ ਵਾਸਤੇ ਨਹੀਂ ਹੈਗੀ ਆ, ਜਿਹੜੇ ਨਰਸਿੰਗ ਸਟਾਫ ਹੈਗੇ ਆ, ਲੈਬ ਟੈਕਨੀਸ਼ੀਅਨ ਹੈਗੇ ਆ, ਸਾਰੇ ਕੋਈ ਨਾਲ ਆਏ ਤੇ ਇੱਕ ਕੋਈ ਚੰਗਾ ਜੇ ਫੈਸਲਾ ਲੈ ਸਰਕਾਰ। ਤੇ ਪ੍ਰੋਟੈਸਟ ਤੁਸੀਂ ਕਦ ਤੱਕ ਰੱਖੋਗੇ? ਵੇਖੋ ਪ੍ਰੋਟੈਸਟ ਇਹ ਤਾਂ ਸਰਕਾਰ ਦੇ ਉੱਤੇ ਹੈਗੇ ਆ, ਅਸੀਂ ਵੀ ਚਾਹੁੰਦੇ ਵੀ ਮਰੀਜ਼ਾਂ ਦਾ ਭਲਾ ਹੋਵੇ, ਕੋਈ ਨਹੀਂ ਚਾਹੁੰਦਾ ਕਿ ਮਰੀਜ਼ ਇੱਥੇ ਆ ਕੇ ਵੀ ਵਾਪਸ ਜਾਣ, ਅਸੀਂ ਵੀ ਚਾਹੁੰਦੇ ਮਰੀਜ਼ ਦਾ ਇਲਾਜ ਹੋਵੇ। ਹੁਣ ਸਰਕਾਰ ਜਿੰਨੇ ਜਲਦੀ ਫੈਸਲਾ ਲਊਗੀ ਉਹਨੇ ਜਲਦੀ ਹੜਤਾਲ ਖਤਮ ਹੋ ਜੂਗੀ। ਇਨ ਕੇਸ ਜਿਵੇਂ ਤੁਸੀਂ ਐਮਰਜੈਂਸੀ ਜਸਟ ਓਪਨ ਐਮਰਜੈਂਸੀ ਰੱਖੀ ਹੈ, ਜਿਵੇਂ ਨਾਰਮਲੀ ਪੇਸ਼ੈਂਟਸ ਆਉਂਦੇ ਹਨ ਰੈਗੂਲਰ, ਜਿਵੇਂ ਹੈ ਨਾ ਡੇਲੀ, ਅਗਰ ਉਹਨਾਂ ਨੂੰ ਕੁਝ ਹੋ ਜਾਂਦਾ ਵੀ ਤੁਸੀਂ ਨਹੀਂ ਦੇਖ ਪਾ ਰਹੇ ਹੋ, ਤਾਂ ਨਹੀਂ ਉਹਨਾਂ ਨੂੰ ਕੁਝ ਹੋ ਜੇ ਤਾਂ ਉਹਨਾਂ ਦਾ ਜ਼ਿੰਮੇਵਾਰ ਕੌਣ ਹੋਵੇ? ਵੇਖੋ ਐਮਰਜੈਂਸੀ ਸਰਵਿਸਿਜ਼ ਤੇ ਖੁੱਲੀਆਂ ਹੈਗੀਆਂ, ਚਲੋ ਜੇ ਓਪੀਡੀ ਦੇ ਮਰੀਜ਼ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਜੇ ਕੁਝ ਵੀ ਐਮਰਜੈਂਸੀ ਹੈਗੀ ਆ ਤੇ ਪੀਜੀਆਈ ਦਾ ਸਿਸਟਮ ਹੈਗਾ ਵੀ ਸਾਰਿਆਂ ਕੋਲ ਐਮਰਜੈਂਸੀ ਨੰਬਰ ਦਿੱਤਾ ਹੋਇਆ ਹੈਗਾ, ਉਹ ਆਪਣੇ ਡਾਕਟਰ ਨੂੰ ਕੰਟੈਕਟ ਕਰਕੇ ਇੱਥੇ ਆ ਸਕਦੇ ਕਿ ਉਹਨਾਂ ਨੂੰ ਕਹਿ ਦੇਣ ਵੀ ਤੁਸੀਂ ਐਮਰਜੈਂਸੀ 'ਚ ਆ ਜਾਓ। ਹੁਣ ਮੋਰਲ ਰਿਸਪੌਂਸਿਬਿਲਿਟੀ ਦੇ ਕੇ ਫਿਰ ਤੇ ਸਰਕਾਰ ਦੀ ਕਵਾਂਗੇ, ਕਿਉਂਕਿ ਡਾਕਟਰ ਤੇ ਪਿੱਛੇ ਨਹੀਂ ਹਟ ਰਹੇ ਹੈਗੇ ਆ,
ਡਾਕਟਰ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਵੀ ਐਮਰਜੈਂਸੀ 'ਚ ਜਿੰਨੇ ਵੀ ਹੋ ਸਕੇ ਮਰੀਜ਼ ਨੂੰ ਦੇਖਣ ਦੀ ਕੋਸ਼ਿਸ਼ ਕਰ ਰਹੇ ਹੈਗੇ। ਹੁਣ ਜੇ ਸਰਕਾਰ ਦੀ ਇੱਛਾ ਹੈ ਹੀ ਨਹੀਂ, ਮੰਨਣੀ ਨਹੀਂ ਗੱਲ ਜੇ ਡਾਕਟਰਾਂ ਦੀ, ਤੇ ਫਿਰ ਆਪਾਂ ਕੀ ਕਰ ਸਕਦੇ ਹੈਗੇ ਇਹਦੇ ਵਾਸਤੇ। ਪਹਿਲਾਂ ਵੀ ਬਹੁਤ ਇੱਦਾਂ ਦੇ ਕੇਸ ਆਏ ਨਿਰਭੈ ਕਾਂਡ ਐਂਡ ਹੈ ਨਾ, ਬਟ ਕੀ ਲੱਗਦਾ ਤੁਹਾਨੂੰ ਇਸ ਤੋਂ ਬਾਅਦ ਕੋਈ ਜਸਟਿਸ ਮਿਲ ਸਕੇਗਾ? ਵੇਖੋ ਕਾਂਡ ਚਲੋ ਪਹਿਲਾਂ ਜਿਹੜਾ ਵੀ ਹੋਏ, ਗੱਲ ਇਹ ਆ ਆਪਾਂ ਸਿੱਖਿਆ, ਭਾਵੇਂ ਇੱਕ ਕੇਸ ਹੋ ਜਾਂ ਜੋ ਵੀ ਹੋ, ਉਸ ਤੋਂ ਕੀ ਸਿੱਖਿਆ ਮਿਲਦੀ ਆ। ਭਾਵੇਂ ਇਹੀ ਕੇਸ ਤੋਂ ਹੁਣ ਸਮੱਸਿਆ ਪੈ ਜਾਂਦੀ ਹੈ ਸਰਕਾਰ ਦੇ ਦਿਮਾਗ 'ਚ, ਤੇ ਕੋਈ ਲਾਅ ਐਕਟ ਕਰ ਦਿੰਦੇ ਆ, ਚੰਗੀ ਗੱਲ ਆ। ਬਾਕੀ ਫਿਰ ਤੇ ਉਹ ਤੇ ਡਿਮਾਂਡ ਤੇ 5 ਸਾਲ ਤੋਂ ਚੱਲ ਰਹੀ ਆ। 2019 'ਚ ਜਦ ਪਹਿਲੀ ਵਾਰੀ ਬੰਗਾਲ 'ਚ ਉਸ ਟਾਈਮ ਵੀ ਹੋਇਆ ਸੀ, ਉਸ ਟਾਈਮ ਤੋਂ ਡਿਮਾਂਡ ਚੱਲ ਰਹੀ ਹੈ ਕਿ ਵੀ ਸੈਂਟਰਲ ਪ੍ਰੋਟੈਕਸ਼ਨ ਐਕਟ ਆਇਆ ਹੈ। ਉਸ ਟਾਈਮ ਪਾਰਲੀਮੈਂਟ 'ਚ ਵੀ ਗਿਆ, ਪਰ ਉਹਨਾਂ ਨੇ ਖਾਰਿਜ ਕਰਤਾ ਕਿ ਵੀ ਫਿਰ ਬਾਕੀ ਸਾਰੇ ਵੀ ਵਰਕ ਪਲੇਸ 'ਤੇ ਸੁਰੱਖਿਆ ਜਿਹੜੀ ਹੈਗੀ ਆ ਉਹ ਹਰ ਇੱਕ ਬੰਦੇ ਦਾ ਮੌਲਿਕ ਅਧਿਕਾਰ ਹੈਗੀ ਆ। ਵੀ ਜੇ ਬੰਦਾ ਬਾਹਰ ਨਹੀਂ ਜਾਊਗਾ, ਬੰਦਾ ਕੰਮ ਨਹੀਂ ਕਰੂਗਾ, ਰੋਟੀ ਕਿੱਥੋਂ ਖਾਊਗਾ? ਜੇ ਰੋਟੀ ਵੀ ਨਹੀਂ ਖਾਣ, ਵੀ ਰੋਟੀ ਖਾਣ ਵਾਸਤੇ ਪੈਸੇ ਚਾਹੀਦੇ ਤੇ ਬੰਦਾ ਕੰਮ ਕਰੋ। ਹੁਣ ਉੱਥੇ ਵੀ ਜੇ ਸੁਰੱਖਿਆ ਨਹੀਂ ਹੈਗੀ ਆ ਫਿਰ ਤੇ ਬਈ, ਤੇ ਉਸ ਤੋਂ ਵੱਡੀ ਗੱਲ ਆ ਵੀ ਹਸਪੀਟਲ, ਦੂਜਾ ਮੰਦਿਰ ਕਹਿੰਦੇ ਆ ਲੋਕੀ ਹਸਪੀਟਲ ਨੂੰ, ਉੱਥੇ ਵੀ ਜੇ ਕੋਈ ਇਹੋ ਜਿਹੀ ਘਟਨਾ ਘਟੂਗੀ ਫਿਰ ਤੇ ਵੀ ਮਤਲਬ ਡਾਕਟਰਾਂ ਦਾ ਵੀ ਭਰੋਸਾ ਉੱਠ ਜਾਊਗਾ ਸਰਕਾਰ ਤੋਂ। ਮੈਮ ਤੁਸੀਂ ਹੁਣ ਹੀ ਦੇਖਿਆ ਕਿ ਪੋਲਿਟਿਕਸ ਵੀ ਹੈ ਜਿਹੜੀ ਦੇ ਵਿੱਚ ਹੁਣ ਮਤਲਬ ਇੱਕ ਦੂਜੇ ਤੇ ਬਲੇਮ ਕਰ ਰਹੀ ਹੈ, ਤਾਂ ਉਹਨਾਂ ਦੇ ਬਾਰੇ ਤੁਸੀਂ ਕੀ ਕਹੋਗੇ? देखिए, एट द एंड ऑफ द डे वो देश की बेटी है। सारी पार्टीज़ जो भी है, जो भी अभी रूलिंग पार्टी है, जो भी ऑपोजिशन पार्टी है, वो सब एट द एंड ऑफ द डे अपनी बेटी के लिए ही न्याय के न्याय के लिए लड़ेंगे, और के न्याय और हमारे डॉक्टर्स के न्याय के लिए ये बिल पास होगा। यही हमारी मेन विनती है। जो अभी जो पॉलिटिक्स हो रहा है उसके ऊपर हमारी ऐसे कोई कमेंट्स नहीं है। ਜੈਸੇ ਕਿ ਅਭੀ ਦੇਖਿਆ ਤੁਸੀਂ ਕਿ ਉਹਦੇ ਵਿੱਚ ਕੁਝ ਲੋਕ ਆਏ ਸੀਗੇ ਜਿਨ੍ਹਾਂ ਨੇ ਤੋੜ ਭੰਨ ਕੀਤੀ ਹੈ ਨਾ ਉੱਥੇ ਕਾਫੀ ਜ਼ਿਆਦਾ, ਤਾਂ ਉਹਨਾਂ ਦੇ ਬਾਰੇ ਕੀ ਕਹੋ ਕਿ ਉਹ ਮਤਲਬ ਸਬੂਤ ਵਗੈਰਾ ਮਿਟਾਉਣਾ ਚਾਹੁੰਦੇ ਨੇ ਉੱਥੇ, ਕਿਉਂਕਿ ਕੰਸਟਰਕਸ਼ਨ ਦਾ ਕੰਮ ਵੀ ਉਹਨਾਂ ਨੇ ਕਿਤੇ ਨਾ ਕਿਤੇ ਸ਼ੁਰੂ ਕਰ ਦਿੱਤਾ ਉਹਦੇ ਵਿੱਚ। देखिए, वो जो ग्राउंड रियलिटी है वो अभी जो एग्जैक्टली उधर बंगाल में जो इंटर्न्स, जो डॉक्टर्स, जो आरजे करके डॉक्टर्स हैं, वही हमें एग्जैक्टली बता सकते हैं। बट हम यही बोल सकते हैं कि जो भी एंटी सोशल एलिमेंट्स जो आए थे, उन्होंने मतलब बिल्कुल भी निर्णय को भी नियम का पालन नहीं किया। उन्होंने इतने देखा भी नहीं कि लेडी थी, जेंट्स थे, बच्चे थे, सबके ऊपर हमला कितना, वो बिल्कुल हमारा उस चीज़ से बिल्कुल विरोध है और हम उसके बिल्कुल खिलाफ़ हैं। और हमारी यही आशंका है कि उनको जल्दी से जल्दी पकड़ा जा सके। उनके जो भी ऑर्गेनाइजिंग, जिन्होंने ये सब ऑर्गेनाइज़ किया है, जो ये उनके जो भी लीडर्स हैं, उनके जो भी हैं, उनको जल्दी से जल्दी कड़ी से कड़ी सज़ा दी जाए। ਜੋ ਹੁਣੀ ਇਹਨਾਂ ਨੇ ਮਤਲਬ ਪਕੜਿਆ, ਅਰੈਸਟ ਕੀਤਾ ਇੱਕ, ਤਾਂ ਉਹਦੇ ਨਾਲ ਹੀ ਇੱਕ 9 ਕਹਿੰਦੇ ਹੋਰ ਵੀ ਗ੍ਰਿਫਤਾਰ ਕੀਤੇ ਹੈ ਸੀਸੀਟੀਵੀ ਦੇ ਫੁਟੇਜ ਦੇ ਆਧਾਰ ਤੇ। ਕਿ ਉਹ ਅਸਲ ਦੇ ਵਿੱਚ ਹੈ ਵਿੱਚ ਨਹੀਂ, ਜਾਂ ਫਿਰ ਵੈਸੇ ਉਹਨਾਂ ਨੇ ਕਰਤਾ ਵੀ ਹਾਂ ਵੀ ਲੋਕੀ ਠੰਡੇ ਪੈ ਜਾਣ, ਵੀ ਕਿਤੇ ਹੋਰ ਪ੍ਰੋਟੈਸਟ ਵਗੈਰਾ ਜਿਵੇਂ ਤੁਸੀਂ ਕਰ ਰਹੇ ਹੋ ਤਾਂ ਹੋਰ ਜ਼ਿਆਦਾ ਆਕਰੋਸ਼ ਨਾ ਪੈਦਾ ਕਰ ਲੈਣ। देखिए, एट द एंड ऑफ द डे वी आर नॉट लिविंग इन अ लॉलेस कंट्री। वी शुड हैव फेथ कि हमारी पुलिस सिस्टम, हमारी जो भी पुलिस लॉ इन्फोर्सर्स हैं, वो अपना काम अच्छे से कर रहे हैं। अभी उनके खिलाफ़ या उनके काम में दखल अंदाज़ी देना, आई डोंट थिंक हमारे कोई प्लेस है। हम डॉक्टर्स हैं, हम ट्रीटमेंट करेंगे, हम उसी से अपना मतलब रखते हैं। हमें बस अपने लिए इंसाफ चाहिए, उस लड़की के लिए इंसाफ चाहिए, और ऐसा हम ये समाज के लिए चाहते हैं कि ऐसा किसी की बेटी के साथ ना हो। जो लॉ मेकर्स हैं, जो लॉ इन्फोर्सर्स हैं, जो निर्णय लेने वाले बड़े अधिकारी हैं, वो अपना काम करते रहें। वो उनके काम में हमें दखल अंदाजी नहीं देनी चाहिए। ਥੈਰੇਪਿਸਟ ਨੂੰ ਤੁਸੀਂ ਕੀ ਕਹੋਗੇ, ਇਹਨਾਂ ਨੂੰ ਕੀ ਮੈਸੇਜ ਦੋਗੇ? देखिए, ये एक परवर्टेड माइंडसेट होती है। हमने पढ़ा भी हुआ है, एमबीबीएस के दौरान हमारा एक सब्जेक्ट होता है फोरेंसिक मेडिसिन करके, उसमें दिखाया जा, और साइकाइट्री का भी एक सब्जेक्ट होता है, फिर उसमें स्पेशलाइजेशंस भी होती हैं। ये परवर्टेड माइंडसेट होती है। इट इज़ मतलब बहुत सारे कंट्रीब्यूटरी फैक्टर्स होते हैं, और कभी कभी मानसिक संतुलन का ठीक ना होना, प्लस बैड अपब्रिंगिंग, प्लस पेट्रियार्की इन सोसाइटी जिसमें औरतों को दबाया जाता है, ये सब का एडिशन करके एक क्यूमुलेटिव इफ़ेक्ट बनता है। एक मर्द या जो भी ऐसे गैरकानूनी काम कर रहा है और इसे मतलब इतने बलात्कार जैसे इतने घिन काम कर सकता है, उसके उनसे मानसिकता में क्या जा रहा है, वो वाले जो प्रोफेशनल्स होते हैं वो बेटर बता सकते हैं। बट हम यही बता सकते हैं कि
मतलब कंट्रीब्यूटरी फैक्टर्स हैं बहुत सारी, एक चीज़ को ऐसे पिन पॉइंट नहीं कर सकते कि ये इसकी वजह से हो रहा है, ये सोशल मीडिया की वजह से हो रहा है, ये आजकल हो रहा है, ये कल हो रहा है, ये परसों। ये होता जा पहले आता नहीं था न्यूज़ में, अब आने लग गया है। और अभी लोगों में हिम्मत आ गई है कि वो सामने आए, वो बताए। एंड हम यही चाहते हैं कि ये इसकी इतनी घिन और इतनी बड़ी सज़ा होनी चाहिए कि किसी में हिम्मत नहीं होनी चाहिए ये करने की। ਪਰ ਇਸ ਨੂੰ ਆਪਾਂ ਬਲੇਮ ਕਿਸ ਨੂੰ ਕਰ ਸਕਦੇ, ਕਿਉਂਕਿ ਅੱਜ ਤੱਕ ਬਹੁਤ ਸਾਰੇ ਇਦਾਂ ਦੇ ਹੈਗੇ ਆ ਜਿਹਨੂੰ ਛੱਡ ਦਿੱਤਾ ਜਾਂਦਾ ਹੈ, ਜਿਹੜੇ ਮਤਲਬ ਰੇਪਿਸਟ ਹੁੰਦੇ ਹੈ ਨਾ, ਕੋਈ ਵੀ ਕ੍ਰਿਮੀਨਲ ਆ ਉਹਨੂੰ ਛੱਡ ਦਿੰਦੇ ਆ। ਵੀ ਇਸ ਦੇ ਪਿੱਛੇ ਕਿਸ ਨੂੰ ਆਪਾਂ ਬਲੇਮ ਕਰ ਸਕਦੇ ਹਾਂ, ਸਰਕਾਰ ਨੂੰ ਜਾਂ ਪੁਲਿਸ ਨੂੰ, ਜਾਂ ਫਿਰ ਜਿਹੜੇ ਆਪਣੇ ਕੀ ਕਹਿੰਦੇ ਨੇ ਇੱਕ ਨੋਨ ਹੋ ਜਾਂਦੇ ਆ ਵੀ ਹਾਂ ਅਸੀਂ ਛੱਡ ਸਕਦੇ, ਇੱਕ ਉੱਦਾਂ ਇੱਕ ਵੱਡਾ ਵੀ ਤਾਂ ਕਰਕੇ ਅਸੀਂ ਛੁਡਾ ਕੇ ਲੈ ਜਾਂਦੇ ਆ ਉਹਨਾਂ ਨੂੰ। देखिए, हर केस डिफरेंट होता है। हर केस में अपनी खुद की जो भी इन्वॉल्वमेंट्स होती हैं, कुछ कंट्रीब्यूटरी फैक्टर्स होते हैं, उसमें अब हर केस के बारे में मैं ऐसे जनरल स्टेटमेंट, ब्लैंकेट स्टेटमेंट नहीं देना चाहूँगी। जो पर्टिकुलर केस है उसके बारे में हम बात करेंगे जब सीबीआई की इंक्वायरी सामने आएगी, उस हमें थोड़े और फैक्ट्स मिलेंगे। और हमारे इतने अच्छा कोर्ट सिस्टम है, आई हैव फुल फेथ इन आर जस्टिस सिस्टम। और हमें आई एम श्योर कि उस लड़की को इंसाफ मिलेगा, उसके पेरेंट्स को इंसाफ मिलेगा, तभी उसकी आत्मा की शांति होगी। ਮੈਮ ਐਟ ਦ ਐਂਡ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਇਹਨਾਂ ਨੂੰ ਵੀ ਜੋ ਜਿੱਦਾਂ ਕੁੜੀਆਂ ਕਾਫੀ ਦਬ ਕੇ ਰਹਿੰਦੀਆਂ ਹਨ, ਅਗਰ ਈਵਨ ਕਿ ਉਹ ਬਾਹਰ ਵੀ ਜਾਂਦੀਆਂ ਤਾਂ ਉਹਨਾਂ ਨਾਲ ਇਹ ਚੀਜ਼ਾਂ ਹੋ ਜਾਂਦੀਆਂ, ਉਹਨਾਂ ਨੂੰ ਕੀ ਮੈਸੇਜ ਦੋਗੇ ਨਾ ਕੁੜੀਆਂ ਨੂੰ? मैं सिर्फ ये बोलूँगी कि जो क्राइम है देखिए उसके लिए हम लोग जितने मेजर्स ले सकते हैं वो तो हम लोग लेते ही हैं मतलब, लेकिन अपनी प्रोटेक्शन के लिए भी वो कुछ कुछ सामान जैसे ले सकती हैं, जैसे कि वो पेपर स्प्रे अपने साथ कैरी कर सकती हैं जो कि मतलब डेफिनेटली उनको थोड़ा सा प्रोटेक्ट करके रखेगा। अपार्ट फ्रॉम दैट जितना हो सके जितना हो सके वो मतलब अपनी थोड़ा अगर डिफेंस वगैरह उनको आता है थोड़ा उसके लिए भी थोड़ा ध्यान दे सकते हैं। अदरवाइज़ होने को तो कोई भी चीज़ कहीं भी ਹੋ ਸਕਦੀ ਹੈ। ਪੇਰੈਂਟਸ ਲਈ ਕੀ ਕਹੋਗੇ ਕਿ ਪੇਰੈਂਟਸ ਕਾਫੀ ਜ਼ਿਆਦਾ ਉਸ ਚੀਜ਼ ਨੂੰ ਲੈ ਕੇ ਕਾਫੀ ਦੁੱਖ 'ਚ ਨੇ, ਕਿਉਂਕਿ ਉਹਨਾਂ ਨੂੰ ਬੋਡੀ ਤੱਕ ਨਹੀਂ ਵੇਖਣ ਦਿੱਤੀ ਗਈ ਹੈ ਨਾ, ਵੀ ਇੱਕ ਪੇਰੈਂਟਸ ਅਗਰ ਬੱਚੀ ਨੂੰ ਦੇਖਣ ਨਾ ਦਿੱਤਾ ਹੋਵੇ ਲਾਸਟ ਮੂਮੈਂਟ ਦੇ ਵਿੱਚ ਕੀ ਬੀਤਦੀ ਹੋਏਗੀ ਉਹਨਾਂ 'ਤੇ, ਤਾਂ ਉਹਨਾਂ ਨੂੰ ਲੈ ਕੇ ਕੀ ਕਹੋਗੇ ਤੁਸੀਂ ਪੇਰੈਂਟਸ ਬਾਰੇ? मतलब मैं मतलब कि पेरेंट्स ਨੂੰ ਨਾ ਐਟ द एंड ਚ ये बहुत गलत हुआ उनके साथ कि उनको 3 घंटे रुकाया गया है बाहर। अगर उनकी बेटी जिनके साथ इतना निंदनीय क्रूर क्रिया की गई है, उनका रेप और मर्डर एक अस्पताल के अंदर हुआ है ऑन ड्यूटी, और उनको भी जब 3 घंटे बाद एक तो पहले ही इन्फॉर्म भी लेट किया गया है, उनको पहले इन्फॉर्म किया गया कि वो सुसाइड है, इतने घिनौने काम को पहले सुसाइड का नाम दिया दे के फिर उनको वहाँ पे जो न्यूज़ में आ रहा है, जो इंटरव्यू में उनके पेरेंट्स की इंटरव्यूज़ हम सब ने देखे हैं कि उनको 3 घंटे बाहर बिठाया गया है। ये भी हमारा वही सवाल है कि ये देर क्यों की गई है, इसमें हम क्या चाह रहे थे, उस जो लोकल अथॉरिटीज़ हैं, एडमिनिस्ट्रेशन है, इसी की वजह से ये सारा जो आप देख रहे हैं, ये जो गुस्सा है, ये जो पूरा हमारा मेडिकल फ्रेटर्निटी, और ये हम अब देख रहे हैं कि पब्लिक में भी ये सवाल अभी पूछे जा रहे हैं। और इसी वजह से जो हमने इस प्रोटेस्ट करके ये हमने दबाव डालना चाहा कि ये केस सीबीआई को दिया जाए ताकि एक अनफेयर पूरा इसका इन्वेस्टिगेशन हो, और वो मांग पूरी की गई है। वो केस अभी सीबीआई के हाथ में है, तो इसीलिए हम पूरा एक फेथ रखते हैं हमारे सेंट्रल इन्वेस्टिगेशंस अथॉरिटीज़ पे और हमारी जुडिशरी पे कि ये इस मामले को एकदम फेयर तरीके से इन्वेस्टिगेट किया जाएगा और जस्टिस दिया जाएगा। उस बहन के साथ, उस बेटी के साथ न्याय होगा। हम ये भी देखना चाहेंगे कि आप पूछ रहे हैं कि ये उन लोगों, उन रेपिस्ट के दिमाग में ये चीज़ें, उनके दिमाग में क्या चलता है। चाहे कह लो कि उनकी परवरिश कैसी होगी, उन्होंने क्या देखा होगा अपने समाज में, उन्होंने अपने घर पे, उन्होंने अपने सोसाइटी में फ़ीमेल्स की तरफ कैसा रवैया देखा होगा अपने मेल्स का। दूसरा हम ये भी कहना चाहेंगे कि इस भारतवर्ष में, हमारी संस्कृति में, हम रामायण में देखते हैं कि एक महिला के, एक औरत के सम्मान के लिए लंका तक, रावण तक से लड़ाई की गई थी। एक महिला के सम्मान के लिए महाभारत पूरी लड़ी गई थी। तो हम यही चाहते हैं कि इस कलयुग के ज़माने में, आज के ज़माने में भी जो इतनी क्रूर निंदनीय क्रिया, रेप और मर्डर जैसे ये चीज़ें एक देश की बेटी के साथ कर सकते हैं, उनको भी कड़ी से कड़ी सज़ा दी जाए, ताकि ये आगे जो भी करने की सोच भी सके, उसके मन में पहले ही खौफ रहे कि उसका नतीजा उनके लिए सही नहीं होना चाहिए, उनको कड़ी से कड़ी सज़ा मिलनी चाहिए। उसी के लिए हम इसमें एक्ट लाना चाहते हैं। जो स्पेसिफ़िकली हॉस्पिटल में सेंसिटिव एनवायरनमेंट है, उनकी तरफ भी हम चाहते हैं कि एक स्पेशल ये एक्ट आए, सेंट्रल प्रोटेक्शन एक्ट, ताकि आगे किसी को ऐसा रवैया, ऐसा
मानहानि डॉक्टर्स के ऊपर ऐसा अस्पताल में तोड़ फोड़ करने की सोच ना सकें। ਕਿ ਜਿੱਦਾਂ ਡਾਕਟਰਸ 36 ਆਰ ਦੀ ਪੂਰੀ ਆਪਣੀ ਡਿਊਟੀ ਕਰਦੇ ਨੇ ਤੇ ਡੇ ਤੇ ਨਾਈਟ ਸ਼ਿਫਟ ਦੇ ਵਿੱਚ ਕੋਈ ਫਰਕ ਹੁੰਦਾ ਵੀ ਡੇ ਦੇ ਵਿੱਚ ਕਾਫੀ ਪੇਸ਼ੈਂਟ ਵਗੈਰਾ ਆਉਂਦੇ ਆ ਤਾਂ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਸਹੀ ਰਹਿੰਦਾ ਬਟ ਜਦ ਰਾਤ ਦੇ ਟਾਈਮ 'ਚ ਕਿ ਸਿਕਿਉਰਿਟੀ ਗਾਰਡ ਵਗੈਰਾ ਕੁਛ ਐਦਾਂ नहीं ਮਿਲਦੀ ਇਹਨਾਂ ਨੂੰ सिक्योरिटी दिन में भी होती है and रात में भी होती है। दिन में इसलिए भीड़ भी ज़्यादा होती है, पूरा पर्सनल भी ज़्यादा होगा क्योंकि वहाँ पे इलेक्टिव इमरजेंसी दोनों चीज़ें होती हैं। नाइट शिफ्ट में यूजुअली सारा जो लोड आता है वो इमरजेंसी वर्कलोड आता है और जो हॉस्पिटल में आपको जो एडमिट पेशेंट्स होते हैं उनके लिए जो राउंड द क्लॉक आपको सेवाएं देनी होती हैं वो सारी चीज़ें भी रात में ज़्यादा होती हैं। रात में डेफिनेटली एक फैक्टर ज़्यादा होता है, खतरा ज़्यादा होता है, इसीलिए सिक्योरिटी पर्सनल होता है। पर हमारी मांग वही है कि सारी अस्पतालों में जहाँ इतना सेंसिटिव इश्यूज़ होते हैं, इतनी सेंसिटिव एनवायरनमेंट होती हैं, उसमें एक सिक्योरिटी मेंटेन की जाए। सारे गवर्नमेंट हो चाहे प्राइवेट हो, उन अस्पताल में हेल्थ केयर प्रोफेशनल्स के लिए एटलीस्ट सिक्योरिटी राउंड द क्लॉक होनी चाहिए। जितनी है अगर वो काफ़ी नहीं है अगर किसी जगह पे तो उसे बढ़ानी चाहिए। सीसीटीवी फुटेज होना चाहिए, हर एक सेंसिटिव एरियाज़ में सीसीटीवी कैमराज होने चाहिए ताकि वो डर बैठा रहे कि ऐसी हरकतें एक अस्पताल जो दूसरा मंदिर है उसमें ऐसी चीज़ें ना हो। ਤੁਸੀਂ ਸੁਣਿਆ ਹੀ ਹੋਵੇਗਾ ਡਾਕਟਰਸ ਦਾ ਕਹਿਣਾ ਕੀ ਹੈ ਡਾਕਟਰਸ ਦਾ ਕਹਿਣਾ ਹੈ ਕਿ ਸਾਨੂੰ ਸਿਰਫ ਜਸਟਿਸ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਸਾਡੀ ਜਿਹੜੀ ਦੇਸ਼ ਦੀ ਕੁੜੀ ਹੈ ਸਿਰਫ ਉਸੇ ਦੇ ਨਾਲ ਰੇਪ ਨੇ ਹੋਰ ਵੀ ਬਥੇਰੀਆਂ ਕੁੜੀਆਂ ਨੇ ਜਿਨ੍ਹਾਂ ਦੇ ਨਾਲ ਰੇਪ ਹੋਇਆ ਉਹਨਾਂ ਨੂੰ ਵੀ ਇਨਸਾਫ ਮਿਲੇ ਕੈਮਰਾ ਪਰਸਨ ਸੋਨੂ ਚਟਾਲਾ ਦੇ ਨਾਲ ਮੈਂ ਪੂਨਮ ਰਤੂੜੀ ਪੰਜਾਬ ਐਕਸ ਤੋਂ